कांग्रेस के मौजूदा विधायक बाबा हेनरी की तरफ से जनसंख्या नियंत्रण बिल लाने की जो है मांग की जा रही है। उन्होंने इसकी एक कॉपी जो है विधानसभा स्पीकर यानी कुलतार सिंह संधवा को भेजी है। उनकी तरफ से ये मांग की जा रही है कि जिनके 2 से ज़्यादा यानी कि जिनके 3 या 4 बच्चे हैं उनको किसी भी तरीके का वोटिंग राइट नहीं होना चाहिए और इसी के साथ साथ उन्हें और भी जो काफ़ी सारे जो अधिकार मिलते हैं सरकार की तरफ से वह नहीं होना चाहिए। आइए हम बाबा हेनरी से बात करते हैं इस पूरे मामले को लेकर, आखिर उन्होंने इस तरीके का बयान क्यों दिया है। सर, इस समय बात करने के लिए कांग्रेस के विधायक जो है हेनरी साहब मौजूद हैं। सर, आपसे जानना चाहते हैं, आपने जनसंख्या नियंत्रण बिल की बात की है, सर आपने इस चीज़ की मांग क्यों रखी है? मतलब आपको ऐसा लगा कि इसका नियंत्रण होना बड़ा ज़रूरी है और क्या कारण आप इसके मानते हैं? मैम, ਜਿਹੜਾ ਸਾਡਾ ਜਨਸੰਖਿਆ ਜਿਹੜਾ ਹੁਣ ਪੋਪੂਲੇਸ਼ਨ ਕੰਟਰੋਲ ਬਿਲ 2020 ਜੀ ਮੈਂ ਸਪੀਕਰ ਸਾਹਿਬ ਨੂੰ ਦੇ ਕੇ ਆਇਆ ਜੀ। ਉਹਦਾ ਜਿਹੜਾ ਬੇਸਿਕ ਏਮ ਇਹ ਹੈ ਕਿ ਆਲਰੇਡੀ ਜਨਸੰਖਿਆ ਤਾਂ ਸਾਡੀ ਪੰਜਾਬ, ਕਿਉਂਕਿ ਜਿਹੜੇ ਅੱਜ ਫੈਮਿਲੀਜ਼ ਦੇ ਵਿੱਚ ਓਨਲੀ 1.656 ਬੇਬੀਜ਼ ਬੋਰਨ ਹੋ ਰਹੇ ਹੈਗੇ ਆ, ਬਟ ਜਿਹੜਾ ਇਹਦੇ ਪਿੱਛੇ ਮੰਤਵ ਹੈ, ਜਿਹੜਾ ਬੇਸਿਕ ਏਮ ਸੀਗਾ ਉਹ ਇਹ ਸੀਗਾ ਕਿ ਓਵਰ ਪੋਪੂਲੇਸ਼ਨ ਜਿਹੜਾ ਹੈਗਾ ਉਹ ਸਾਰੀ ਜਿਹੜੇ ਅੱਜ ਪੰਜਾਬ ਦੇ ਵਿੱਚ ਕਰੂਤੀਆਂ ਹੈਗੀਆਂ ਉਹਦੀ ਜੜ ਹੈਗੀ ਹੈ। ਫੋਰ ਐਗਜ਼ਾਮਪਲ, ਅਗਰ ਅੱਜ ਸਾਡਾ ਸਰਕਾਰੀ ਹੈਲਥ ਕੇਅਰ ਸਿਸਟਮ ਚਰਮਰਾਇਆ ਹੋਇਆ ਹੈ, ਫੇਲੀਅਰ ਦੇ ਵੱਲ ਜਾ ਰਿਹਾ ਹੈ। ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡੇ ਬੱਚੇ ਜਿਹੜੇ ਹਨ, ਖਾਸ ਕਰਕੇ ਜਿਹੜੇ ਮਿਡਲ ਕਲਾਸ ਫੈਮਿਲੀਜ਼ ਹੈ, ਬਿਲੋ ਪਾਵਰਟੀ ਲਾਈਨ ਫੈਮਿਲੀਜ਼ ਹੈ, ਉਹਨਾਂ ਦੇ ਉੱਤੇ ਜਿਹੜਾ ਸਭ ਤੋਂ ਜ਼ਿਆਦਾ ਕੰਸਟ੍ਰੇਨ ਹੈ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਬੱਚੇ ਪੜ੍ਹਾਉਣ ਦਾ ਹੈਗਾ ਸਾਡਾ, ਕਿਉਂਕਿ ਜਿਹੜਾ ਸਾਡਾ ਸਰਕਾਰੀ ਸਕੂਲ ਹੈ ਬਿਲਕੁਲ ਉਹ ਫੇਲ ਹੋ ਗਿਆ ਹੈਗਾ ਸਾਡਾ ਸਿਸਟਮ ਜੀ। ਸਾਡੇ ਜਿਹੜਾ ਬਹੁਤ ਸਾਰੇ ਰਿਸਰਚ ਪੇਪਰਸ ਇਹੋ ਜਿਹੇ ਜਿਹੜੇ ਡਾਇਰੈਕਟਲੀ ਕੋਰਿਲੇਟ ਕਰਦੇ ਆ ਓਵਰ ਪੋਪੂਲੇਸ਼ਨ ਨੂੰ ਸਾਡੇ ਕ੍ਰਾਈਮ ਦੇ ਨਾਲ। ਅੱਜ ਡਰੱਗ ਯੂਜ਼ ਇੱਕ ਬਹੁਤ ਵੱਡਾ ਇਸ਼ੂ ਹੈਗਾ, ਪਰ ਇਹ ਸਾਰਿਆਂ ਤੋਂ ਬੜਾ ਜਿਹੜਾ ਇਸ਼ੂ ਇਹ ਹੈ ਕਿ ਜਿਹੜੇ ਸਾਡੇ ਬੱਚੇ ਅੱਜ ਇੱਥੇ ਬੌਰਨ ਵੀ ਹੋ ਰਹੇ ਹਨ, ਉਹ ਪੜ੍ਹ ਲਿਖ ਕੇ ਫਿਰ ਉਸ ਤੋਂ ਬਾਅਦ ਹਿੰਦੁਸਤਾਨ ਨੂੰ ਛੱਡ ਕੇ ਪੰਜਾਬ ਨੂੰ ਛੱਡ ਕੇ ਜਾ ਰਹੇ ਹੈਗੇ। ਉਹ ਬੱਚਿਆਂ ਨੂੰ ਪੰਜਾਬ ਦੇ ਵਿੱਚ ਕਿੱਦਾਂ ਰੱਖਣਾ ਹੈ, ਉਹਦੇ ਉਸ ਸਤਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਬਿੱਲ ਹੈਗਾ, ਸੋ ਦੈਟ ਅਸੀਂ ਉਹਨਾਂ ਨੂੰ ਇੱਕ ਕੁਆਲਿਟੀ ਆਫ ਲਾਈਫ ਇੱਥੇ ਦੇ ਸਕੀਏ। ਜਦੋਂ ਅਸੀਂ ਆਪਣੀ ਪੋਪੂਲੇਸ਼ਨ ਨੂੰ ਕੰਟਰੋਲ ਕਰ ਲਾਂਗੇ, ਅਸੀਂ ਉਹਨਾਂ ਨੂੰ ਲਾਈਫ ਸਿਕਿਉਰਿਟੀ ਦੇ ਸਕੀਏ, ਸੋਸ਼ਲ ਸਿਕਿਉਰਿਟੀ ਦੇ ਸਕੀਏ, ਅੱਛੀ ਹੈਲਥ ਸਿਸਟਮ ਦੇ ਸਕੀਏ, ਅੱਛਾ ਐਜੂਕੇਸ਼ਨ ਸਿਸਟਮ ਉਹਨਾਂ ਦੇ ਆਉਣ ਵਾਲੀ ਪੀੜ੍ਹੀ ਨੂੰ ਦੇ ਸਕੀਏ। ਸਾਰਿਆਂ ਦਾ ਜਿਹੜਾ ਬੇਸਿਕ ਨਿਚੋੜ ਹੈ ਉਹ ਓਵਰ ਪੋਪੂਲੇਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਉਹਨੂੰ ਕੰਟਰੋਲ ਕਰਕੇ। ਸਰ, ਤੁਸੀਂ ਇੱਕ ਕਾਪੀ ਤੇ ਦੇ ਦਿੱਤੀ ਹੈ ਤੇ ਕੁਲਤਾਰ ਸਿੰਘ ਸੰਧਵਾ ਵੱਲੋਂ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਕੋਈ ਦਿੱਤਾ ਗਿਆ ਹੈ? ਲੱਗਦਾ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਹੁਣ ਜ਼ਾਹਿਰ ਹੈ ਕਿਉਂਕਿ ਮੌਨਸੂਨ ਸੈਸ਼ਨ ਵੀ ਹੁਣ ਆਉਣ ਵਾਲਾ ਹੈ ਪੰਜਾਬ ਦਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ, ਫਿਰ ਤੁਸੀਂ ਲੈ ਕੇ ਆਓ ਬਿੱਲ। ਕਿਆ ਕਰਨਾ ਹੈ? ਨਹੀਂ ਮੈਮ, ਜਦੋਂ ਪਰਸੋਂ ਮੈਂ ਮਾਨਯੋਗ ਸਪੀਕਰ ਸਾਹਿਬ ਕੋਲ ਗਿਆ ਸੀ ਤਾਂ ਉਹਨਾਂ ਦੀ ਕਾਨਫਰੰਸ ਸੀਗੀ, ਸਪੀਕਰ ਦੀ ਕਾਨਫਰੰਸ ਧਰਮਸ਼ਾਲਾ ਦੇ ਵਿੱਚ ਜੀ, ਤੇ ਹੀ ਵਾਸ ਨਾਟ ਅਵੇਲੇਬਲ ਇਨ ਆਫਿਸ। ਮੈਂ ਉਹਨਾਂ ਦੇ ਫੋਨ ਰਾਹੀਂ ਤੇ WhatsApp ਰਾਹੀਂ ਉਹਨਾਂ ਨਾਲ ਸੰਪਰਕ ਹੋਇਆ ਸੀਗਾ ਤੇ ਮੈਂ ਉਹਨਾਂ ਦੇ ਆਨਰੇਬਲ ਆਫਿਸ ਦੇ ਵਿੱਚ ਮੈਂ ਬਿੱਲ ਸਬਮਿਟ ਕਰਕੇ ਆ ਗਿਆ ਸੀ, ਜਿਹੜਾ ਮੇਰਾ ਪ੍ਰੈਰੋਗੇਟਿਵ ਹੈਗਾ ਉਹਨਾਂ ਦਾ ਸੈਕਟਰੀ ਸਾਹਿਬ ਦੇ ਆਫਿਸ ਜੀ। ਹੁਣ ਉਹਨਾਂ ਨੇ ਆਪਣੇ ਲਾਅ ਆਫਿਸਰਸ ਨੂੰ ਇਹ ਬਿੱਲ ਭੇਜਣਾ ਜਿਹਦੇ ਵਿੱਚ ਉਹ ਭੋਗ ਕਰਨਗੇ ਇਹਦੇ ਵਿੱਚ ਕੋਈ ਕਰੂਤੀ ਕੋਈ ਸਹੀ ਹੈਗਾ, ਐਂਡ ਸਪੀਕਰ ਸਾਹਿਬ ਦਾ ਫਿਰ ਪ੍ਰੈਰੋਗੇਟਿਵ ਹੈਗਾ ਕਿ ਉਹ ਇਸ ਆਉਣ ਵਾਲੇ ਸੱਤਰ ਦੇ ਵਿੱਚ ਜਦੋਂ ਅਗਰ ਡਿਬੇਟ ਦੇ ਵਿੱਚ अगर उन्हें शामिल कर लें तो मैं उन्होंने धन्यवादी होऊंगा। सर, क्या अगर नहीं भी शामिल होता है तो क्या कांग्रेस वालों इस बार इस बिल ਨੂੰ ਲੈ ਕੇ ਸੈਸ਼ਨ ਦੇ ਵਿੱਚ ਮੰਗ ਰੱਖੀ ਜਾਏਗੀ? ਮੈਮ, ਇਹ ਕੋਈ ਕਾਂਗਰਸ ਦਾ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬਿੱਲ ਨਹੀਂ ਹੈਗਾ ਜੀ, ਪਰ ਮੁੱਦਾ ਤੇ ਸਰ ਤੁਸੀਂ ਚੁੱਕਿਆ ਹੈ ਨਾ, ਤਾਂ ਉਸ ਨੂੰ ਆਪਾਂ ਉਸੇ ਲਿਹਾਜ਼ ਨਾਲ ਦੇਖ ਰਹੇ ਹਾਂ। हाँ, मैं तो मैम बतौर पंजाबी मेरी जिम्मेवारी बनती है कि जी ਅਸੀਂ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ अच्छी हवा, अच्छा साफ सुथरा पानी, जरखेज जमीन एंड ਇਹੋ ਜਿਹਾ एनवायरनमेंट ਬਣਾ ਕੇ ਦਈਏ ਕਿ ਜਿਹੜਾ ਸਾਡੇ ਬੱਚੇ ਹੈ ਜਿਹੜਾ ਪੰਜਾਬ ਨੂੰ ਛੱਡ ਕੇ ਰੋਜ਼ ਜਾ ਰਹੇ ਹੈ, ਕੋਈ ਦੁਬਈ ਜਾ ਰਿਹਾ ਹੈ, ਕੋਈ ਕੈਨੇਡਾ ਜਾ ਰਿਹਾ, ਅਮਰੀਕਾ ਜਾ ਰਿਹਾ, ਉਹਨੂੰ ਅਸੀਂ ਕਿੱਦਾਂ ਰੋਕ ਸਕਦੇ ਹਾਂ? ਉਹ ਉਸੇ ਤਰੀਕੇ ਨਾਲ ਰੋਕ ਸਕਦੇ ਹਾਂ ਕਿ ਅਸੀਂ ਉਹਨਾਂ ਨੂੰ ਅੱਛੀ ਤਾਲੀਮ ਦੇਈਏ, ਅੱਛੀ ਪਰਵਰਿਸ਼ ਕਰੀਏ, ਉਹਨਾਂ ਨੂੰ ਇੱਥੇ ਵੀ ਜਿਹੜੀ ਤਾਲੀਮ ਹੈ ਉਹਦੇ ਮਤਲਬ ਉਹਨਾਂ ਨੂੰ ਜਿਹੜਾ ਪੈਸੇ ਹੈਗੇ ਹੈ, ਜੌਬਸ ਹੈਗੀਆਂ ਜਾਂ ਉਹਨਾਂ ਨੂੰ ਵਰਕਿੰਗ ਐਨਵਾਇਰਨਮੈਂਟ ਉਹ ਇਹ ਜਿਹਾ ਦਈਏ ਤੇ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਪੰਜਾਬ 'ਚ ਵਸੇ।
ठीक है सर, बेसिक मुद्दा है जी इस ठीक है सर, धन्यवाद सर, थैंक यू सो मच सर, थैंक यू। थैंक यू मैम। आपने सुना कांग्रेस विधायक जो है बाबा हेनरी ने अपना तर्क जरूर दिया। उन्होंने कहा है कि ये किसी पार्टी विशेष का नहीं बल्कि मैं एक इंसानियत होने के नाते ये मुद्दा जो है वो रख रहा हूँ पंजाब में, क्योंकि संख्या जो है लगातार पंजाब में बढ़ती जा रही है और इस बढ़ती जनसंख्या के चलते हम कई तरीके की जो मूलभूत सुविधाएं हैं उससे दूर होते जा रहे हैं, जिसके चलते ये ज़रूरी है। और आपको यहाँ हम जानकारी के लिए बताना चाहेंगे, गुजरात की अगर बात की जाए, राजस्थान की अगर बात की जाए और इसी के साथ अगर मध्य प्रदेश की बात की जाए, महाराष्ट्र की बात की जाए, तो वहाँ पर ये बिल पहले ही लागू है। इन स्टेट्स की तरफ से ये बिल पहले ही लागू किया जा चुका है। 1994 में राजस्थान में एक संशोधन बिल के तहत इसको लागू कर दिया गया था। हालांकि सुप्रीम कोर्ट तक भी ये मसला गया था। सुप्रीम कोर्ट की तरफ से ये कहा जो था कि राज्य सरकारें अपने आधार पर ये इसको जो है एक नियंत्रण बिल लाकर पास करके इसको लागू कर सकती। कोई नीति नहीं बनाई गई है इसके तहत कि इस चीज़ को लागू किया जाए, यानी कि अब राज्य सरकारों के ऊपर रहते। कई राज्य सरकारों ने तो अपने राज्य में इसको लागू करा गया है। मकसद सिर्फ एक यही है कि कारण है कि जो जनसंख्या बढ़ती जा रही है उसको रोका जाए। अगर किसी के नौकरी करते हुए, जो बाबा हेनरी ने जो अपना एक पूरा जो तैयार करके जो पत्र दिया है स्पीकर को, उसमें उन्होंने कहा कि अगर नौकरी करते हुए तीसरा बच्चा हो जाता तो उसका वोटिंग राइट छीन लिया जाए। इसी के साथ साथ उन्होंने कहा कि जो सरकारी चीज़ें मिलती हैं, नौकरी की बात की जाए तो इस तरीके के नहीं होने चाहिए। और आपको यहाँ जानकारी के लिए बताना चाहिए कि राजस्थान का ही एक ये बड़ा पुराना जो ये मामला था कि सुप्रीम कोर्ट तक भी एक स्टेट का जो पूरा मसला गया था। वो शख्स जो सरकारी नौकरी के लिए वो उसने आवेदन भरा था, वो उसका स्वीकार कर लिया गया था, लेकिन उसके 3 बच्चे थे जिसको रिजेक्ट कर दिया गया। फिर ये मामला जो है हाई कोर्ट जाता, हाई कोर्ट उसकी बहाली कर देती है, लेकिन उसके बावजूद भी जो है सुप्रीम कोर्ट का रुख होता है। लेकिन सुप्रीम कोर्ट कहते हैं कि बाध्य कोई भी स्टेट नहीं है, वो अपने एंड पर कोई भी फैसला जो है वो ले सकती है। कोई नीति या कानून नहीं है, लेकिन आप इसको बना सकते हैं। तो अब ऐसे में पंजाब में भी अब इसकी जो मांग तो उठा दी गई है, अब इसके ऊपर बाकी राजनीतिक पार्टियां क्या सोचती हैं, क्या उनका मानना है कि वाकई में ये होना चाहिए या नहीं होना चाहिए, अब तो ये चर्चा का विषय जाहिर है, क्योंकि अभी तो उनकी तरफ से सिर्फ भेजा गया है। अब इस पर कितनी चर्चाएं होती हैं, क्या पंजाब में भी ये लागू हो पाएगा, अब ये चर्चा का विषय बन चुका है। और इसको लेकर जो है अलग अलग पार्टियां अब किस तरीके की राय रखती हैं, अब ये पंजाब में कैसे सिनेरियोज बनते समय बताएगा। लेकिन बाबा हेनरी ने अपनी बात जो है ज़रूर रखती है। कैमरामैन अलजिंदर के साथ चंडीगढ़ से TV9 के लिए अमनप्रीत कौर।